ਇਨਕਮ ਟੈਕਸ ਜਾਂ ਕਰ ਅਜਿਹੀ ਚੀਜ਼ ਹੈ ਜੋ ਕਿ ਕੋਈ ਵੀ ਭਰਨਾ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਬਸ ਕਮਾਈ ਆਉਂਦੀ ਰਹੇ ਤੇ ਉਸ ਤੇ ਕੋਈ ਟੈਕਸ ਨਾ ਲੱਗੇ। ਪਰ ਸਾਡੇ ਦੇਸ਼ ਦੇ ਵਿੱਚ ਬਜ਼ੁਰਗ ਜੋ ਨੇ ਉਹ ਸਭ ਤੋਂ ਅੱਗੇ ਨੇ ਇਨਕਮ ਟੈਕਸ ਚੁਕਾਉਣ ਦੇ ਵਿੱਚ, ਇਨਕਮ ਟੈਕਸ ਭਰਨ ਦੇ ਵਿੱਚ। ਤਾਂ ਦੇਸ਼ ਦੇ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਨੇ ਵਿੱਤੀ ਵਰੇ 2022-23 ਦੇ ਵਿੱਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਇਨਕਮ ਟੈਕਸ ਭਰਿਆ। ਇਹ ਪਿਛਲੀ ਵਾਰ ਨਾਲੋਂ 35% ਜ਼ਿਆਦਾ ਹੈ। 2021-22 ਦੇ ਵਿੱਚ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਨੇ ਟੈਕਸ ਸੰਗ੍ਰਹਿ 'ਚ 5% ਦਾ ਵਾਧਾ ਕੀਤਾ ਸੀ। 2019-20 ਦੇ ਵਿੱਚ ਕਰੋਨਾ ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਵਾਰ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਦਾ ਆਇਕਰ ਸੰਗ੍ਰਹਿ 'ਚ ਯੋਗਦਾਨ 61% ਤੋਂ ਜ਼ਿਆਦਾ ਹੈ। ਤਾਂ ਬਹੁਤ ਜ਼ਿਆਦਾ ਯੋਗਦਾਨ ਹੈ ਜੋ ਦੇਸ਼ ਦੇ ਬਜ਼ੁਰਗ ਨਾਗਰਿਕ ਦਿੰਦੇ ਨੇ। ਇਸ ਦਾ ਕਾਰਨ ਕਿਤੇ ਨਾ ਕਿਤੇ ਇਹ ਵੀ ਹੈ ਕਿ ਉਹਨਾਂ ਦੇ ਕਾਫੀ ਵੱਡੇ ਫੰਡਸ ਹੁੰਦੇ ਨੇ ਜੋ ਕਿ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ। ਉਸ ਨਾਲ ਉਹ ਉਸ ਕਮਾਈ ਦੇ ਜਦ ਅੱਗੇ ਕੁਝ ਇਨਵੈਸਟ ਕਰਦੇ ਨੇ ਜਾਂ ਉਸ ਤੋਂ ਕੋਈ ਹੋਰ ਚੀਜ਼ ਖਰੀਦਦੇ ਨੇ ਤਾਂ ਅਜਿਹੇ 'ਚ ਟੈਕਸ ਦਾ ਭੁਗਤਾਨ ਕਰਦੇ ਨੇ। ਜਦ PF ਤੋੜਨ ਦੀ ਗੱਲ ਆਉਂਦੀ ਹੈ ਤਾਂ ਉਸ ਤੋਂ ਬਾਅਦ 'ਚ ਕਿਤੇ ਹੋਰ ਇਨਵੈਸਟ ਕਰਨਾ, ਕਿਤੇ ਹੋਰ ਜੇਕਰ ਉਸ ਨੂੰ ਨਿਵੇਸ਼ ਕਰਨਾ ਤਾਂ ਫਿਰ ਮਿਊਚੁਅਲ ਫੰਡਸ ਵਗੈਰਾ ਆਪਸ਼ਨਸ ਨੇ ਉਹਨਾਂ ਕੋਲ ਬਦਲ ਮੁਹੱਈਆ ਨੇ ਜਿਨ੍ਹਾਂ ਦੇ ਵਿੱਚ ਉਹ ਅੱਗੇ ਨਿਵੇਸ਼ ਕਰਦੇ ਨੇ ਤੇ ਇਸੇ ਨਿਵੇਸ਼ ਦੇ ਲਈ ਅੱਗੇ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 2022-23 ਦਾ ਜੋ ਇਨਕਮ ਟੈਕਸ ਸੰਗ੍ਰਹਿ ਹੈ ਉਸ ਦਾ ਅਨੁਮਾਨ 17% ਜ਼ਿਆਦਾ ਰਿਹਾ। 16.61 ਲੱਖ ਕਰੋੜ ਦਾ ਜੋ ਸ਼ੁੱਧ ਸਿੱਧਾ ਕਰ ਹੈ ਉਹ ਸੰਗ੍ਰਹਿ ਦੇ ਵਿੱਚ 24% ਹਿੱਸਾ ਵਿਅਕਤੀਗਤ ਕਰਦਾਤਾਵਾਂ ਦਾ ਹੈ। ਤਾਂ ਅਜਿਹੇ 'ਚ ਨਾਂਜੀਆ ਐਂਡਰਸਨ ਦੇ ਅਰਵਿੰਦ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਡਿਵੀਡੈਂਡ ਟੈਕਸ ਦੇ ਨਾਲ 2020 ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਤਾਂ ਅਜਿਹੇ 'ਚ ਨਿਵੇਸ਼ਕਾਂ ਨੂੰ ਇਸ ਸਾਲ ਟੈਕਸ ਦੇਣੇ ਪਏ ਨੇ। ਤਾਂ ਡਿਵੀਡੈਂਡ ਟੈਕਸ 'ਚ 2020 ਦੇ ਜੋ ਬਦਲਾਅ ਆਏ ਨੇ ਉਸ ਦੇ ਨਾਲ ਕਈ ਨਿਵੇਸ਼ਕਾਂ ਨੂੰ ਟੈਕਸ ਦੇਣਾ ਪਿਆ। ਪਿਛਲੇ ਸਾਲਾਂ 'ਚ FD ਤੇ ਰਿਟਰਨ ਵੀ ਕਾਫੀ ਘਟ ਰਿਹਾ। ਇਸੇ ਲਈ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਨੇ ਬੈਂਕਾਂ 'ਚੋਂ ਪੈਸਾ ਕੱਢ ਕੇ ਉਸ ਨੂੰ ਸ਼ੇਅਰ ਬਾਜ਼ਾਰ ਤੇ ਮਿਊਚੁਅਲ ਫੰਡਸ ਦੇ ਵਿੱਚ ਲਾਇਆ, ਜਿਸ ਦਾ ਸਿੱਧਾ ਅਸਰ ਟੈਕਸ ਕਲੈਕਸ਼ਨ ਤੇ ਦੇਖਣ ਨੂੰ ਮਿਲਿਆ। ਤਾਂ ਅਜਿਹੇ 'ਚ ਹੁਣ ਕਈ ਨਿਵੇਸ਼ਕਾਂ ਨੇ ਕੈਪੀਟਲ ਗੇਨ ਟੈਕਸ ਵੀ ਜਮ੍ਹਾਂ ਕਰਾਇਆ ਹੈ ਤਾਂ ਉਸ ਦੇ ਨਾਲ ਵੀ ਟੈਕਸ 'ਚ ਵਾਧਾ ਹੋਇਆ। ਤਾਂ ਹੁਣ ਵਿੱਤੀ ਵਰਾ ਜੋ 2022-23 ਹੈ ਇਸ ਦੌਰਾਨ ਟੈਕਸ ਪੇਅਰ ਸੀਨੀਅਰ ਸਿਟੀਜ਼ਨ ਦੀ ਜੋ ਸੰਖਿਆ ਹੈ ਉਹ ਵੀ 18.6% ਵੱਧ ਚੁੱਕੀ ਹੈ। ਤੇ ਜੇਕਰ ਅੰਕੜਿਆਂ ਦੀ ਗੱਲ ਕਰੀਏ 73.1 ਲੱਖ ਤੋਂ ਹੁਣ 86.71 ਲੱਖ ਦੇਸ਼ ਦੇ ਵਿੱਚ ਬਜ਼ੁਰਗ ਟੈਕਸ ਪੇਅਰਸ ਦੀ ਸੰਖਿਆ ਹੋ ਚੁੱਕੀ ਹੈ ਜੋ ਕਿ ਭਾਰੀ ਮਾਤਰਾ ਦੇ ਵਿੱਚ, ਭਾਰੀ ਗਿਣਤੀ ਦੇ ਵਿੱਚ ਟੈਕਸ ਭਰਦੇ ਨੇ, ਦੇਸ਼ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਨੇ। ਇਨਕਮ ਟੈਕਸ ਜਾਂ ਕਰ ਅਜਿਹੀ ਚੀਜ਼ ਹੈ ਜੋ ਕਿ ਕੋਈ ਵੀ ਭਰਨਾ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਬਸ ਕਮਾਈ ਆਉਂਦੀ ਰਹੇ ਤੇ ਉਸ ਤੇ ਕੋਈ ਟੈਕਸ ਨਾ ਲੱਗੇ। ਪਰ ਸਾਡੇ ਦੇਸ਼ ਦੇ ਵਿੱਚ ਬਜ਼ੁਰਗ ਜੋ ਨੇ ਉਹ ਸਭ ਤੋਂ ਅੱਗੇ ਨੇ ਇਨਕਮ ਟੈਕਸ ਚੁਕਾਉਣ ਦੇ ਵਿੱਚ, ਇਨਕਮ ਟੈਕਸ ਭਰਨ ਦੇ ਵਿੱਚ। ਤਾਂ ਦੇਸ਼ ਦੇ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਨੇ ਵਿੱਤੀ ਵਰੇ 2022-23 ਦੇ ਵਿੱਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਇਨਕਮ ਟੈਕਸ ਭਰਿਆ। ਇਹ ਪਿਛਲੀ ਵਾਰ ਨਾਲੋਂ 35% ਜ਼ਿਆਦਾ ਹੈ। 2021-22 ਦੇ ਵਿੱਚ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਨੇ ਟੈਕਸ ਸੰਗ੍ਰਹਿ 'ਚ 5% ਦਾ ਵਾਧਾ ਕੀਤਾ ਸੀ। 2019-20 ਦੇ ਵਿੱਚ ਕਰੋਨਾ ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਵਾਰ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਦਾ ਆਇਕਰ ਸੰਗ੍ਰਹਿ 'ਚ ਯੋਗਦਾਨ 61% ਤੋਂ ਜ਼ਿਆਦਾ ਹੈ। ਤਾਂ ਬਹੁਤ ਜ਼ਿਆਦਾ ਯੋਗਦਾਨ ਹੈ ਜੋ ਦੇਸ਼ ਦੇ ਬਜ਼ੁਰਗ ਨਾਗਰਿਕ ਦਿੰਦੇ ਨੇ। ਇਸ ਦਾ ਕਾਰਨ ਕਿਤੇ ਨਾ ਕਿਤੇ ਇਹ ਵੀ ਹੈ ਕਿ ਉਹਨਾਂ ਦੇ ਕਾਫੀ ਵੱਡੇ ਫੰਡਸ ਹੁੰਦੇ ਨੇ ਜੋ ਕਿ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ। ਉਸ ਨਾਲ ਉਹ ਉਸ ਕਮਾਈ ਦੇ ਜਦ ਅੱਗੇ ਕੁਝ ਇਨਵੈਸਟ ਕਰਦੇ ਨੇ ਜਾਂ ਉਸ ਤੋਂ ਕੋਈ ਹੋਰ ਚੀਜ਼ ਖਰੀਦਦੇ ਨੇ ਤਾਂ ਅਜਿਹੇ 'ਚ ਟੈਕਸ ਦਾ ਭੁਗਤਾਨ ਕਰਦੇ ਨੇ। ਜਦ PF ਤੋੜਨ ਦੀ ਗੱਲ ਆਉਂਦੀ ਹੈ ਤਾਂ ਉਸ ਤੋਂ ਬਾਅਦ 'ਚ ਕਿਤੇ ਹੋਰ ਇਨਵੈਸਟ ਕਰਨਾ, ਕਿਤੇ ਹੋਰ ਜੇਕਰ ਉਸ ਨੂੰ ਨਿਵੇਸ਼ ਕਰਨਾ ਤਾਂ ਫਿਰ ਮਿਊਚੁਅਲ ਫੰਡਸ ਵਗੈਰਾ ਆਪਸ਼ਨਸ ਨੇ ਉਹਨਾਂ ਕੋਲ ਬਦਲ ਮੁਹੱਈਆ ਨੇ ਜਿਨ੍ਹਾਂ ਦੇ ਵਿੱਚ ਉਹ ਅੱਗੇ ਨਿਵੇਸ਼ ਕਰਦੇ ਨੇ ਤੇ ਇਸੇ ਨਿਵੇਸ਼ ਦੇ ਲਈ ਅੱਗੇ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 2022-23 ਦਾ ਜੋ ਇਨਕਮ ਟੈਕਸ ਸੰਗ੍ਰਹਿ ਹੈ ਉਸ ਦਾ ਅਨੁਮਾਨ 17% ਜ਼ਿਆਦਾ ਰਿਹਾ। 16.61 ਲੱਖ ਕਰੋੜ ਦਾ ਜੋ ਸ਼ੁੱਧ ਸਿੱਧਾ ਕਰ ਹੈ ਉਹ ਸੰਗ੍ਰਹਿ ਦੇ ਵਿੱਚ 24% ਹਿੱਸਾ ਵਿਅਕਤੀਗਤ ਕਰਦਾਤਾਵਾਂ ਦਾ ਹੈ। ਤਾਂ ਅਜਿਹੇ 'ਚ ਨਾਂਜੀਆ ਐਂਡਰਸਨ ਦੇ ਅਰਵਿੰਦ ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਡਿਵੀਡੈਂਡ ਟੈਕਸ ਦੇ ਨਾਲ 2020 ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਤਾਂ ਅਜਿਹੇ 'ਚ ਨਿਵੇਸ਼ਕਾਂ ਨੂੰ ਇਸ ਸਾਲ ਟੈਕਸ ਦੇਣੇ ਪਏ ਨੇ। ਤਾਂ ਡਿਵੀਡੈਂਡ ਟੈਕਸ 'ਚ 2020 ਦੇ ਜੋ ਬਦਲਾਅ ਆਏ ਨੇ ਉਸ ਦੇ ਨਾਲ ਕਈ ਨਿਵੇਸ਼ਕਾਂ ਨੂੰ ਟੈਕਸ ਦੇਣਾ ਪਿਆ। ਪਿਛਲੇ ਸਾਲਾਂ 'ਚ FD ਤੇ ਰਿਟਰਨ ਵੀ ਕਾਫੀ ਘਟ ਰਿਹਾ। ਇਸੇ ਲਈ ਜੋ ਬਜ਼ੁਰਗ ਨਾਗਰਿਕ ਨੇ ਉਹਨਾਂ ਨੇ ਬੈਂਕਾਂ 'ਚੋਂ ਪੈਸਾ ਕੱਢ ਕੇ ਉਸ ਨੂੰ ਸ਼ੇਅਰ ਬਾਜ਼ਾਰ ਤੇ ਮਿਊਚੁਅਲ ਫੰਡਸ ਦੇ ਵਿੱਚ ਲਾਇਆ, ਜਿਸ ਦਾ ਸਿੱਧਾ ਅਸਰ ਟੈਕਸ ਕਲੈਕਸ਼ਨ ਤੇ ਦੇਖਣ ਨੂੰ ਮਿਲਿਆ। ਤਾਂ ਅਜਿਹੇ 'ਚ ਹੁਣ ਕਈ ਨਿਵੇਸ਼ਕਾਂ ਨੇ ਕੈਪੀਟਲ ਗੇਨ ਟੈਕਸ ਵੀ ਜਮ੍ਹਾਂ ਕਰਾਇਆ ਹੈ ਤਾਂ ਉਸ ਦੇ ਨਾਲ ਵੀ ਟੈਕਸ 'ਚ ਵਾਧਾ ਹੋਇਆ। ਤਾਂ ਹੁਣ ਵਿੱਤੀ ਵਰਾ ਜੋ 2022-23 ਹੈ ਇਸ ਦੌਰਾਨ ਟੈਕਸ ਪੇਅਰ ਸੀਨੀਅਰ ਸਿਟੀਜ਼ਨ ਦੀ ਜੋ ਸੰਖਿਆ ਹੈ
ਉਹ ਵੀ 18.6% ਵੱਧ ਚੁੱਕੀ ਹੈ ਤੇ ਜੇਕਰ ਅੰਕੜਿਆਂ ਦੀ ਗੱਲ ਕਰੀਏ 73.1 ਲੱਖ ਤੋਂ ਹੁਣ 86.71 ਲੱਖ ਦੇਸ਼ ਦੇ ਵਿੱਚ ਬਜ਼ੁਰਗ ਟੈਕਸ ਪੇਅਰਸ ਦੀ ਸੰਖਿਆ ਹੋ ਚੁੱਕੀ ਹੈ, ਜੋ ਕਿ ਭਾਰੀ ਮਾਤਰਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਟੈਕਸ ਭਰਦੇ ਨੇ, ਦੇਸ਼ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਨੇ।